ਆਸਾ ਘਰ ਦਸਵਾਂ ਮਹੱਲਾ ਪੰਜਵਾਂ। ਜਿਸਨੂੰ ਤੂੰ ਅਸਥਿਰ ਕਰ ਮਨ ਹੈ, ਤੇ ਪਾਹੁਨ ਦੋ ਦਾਹਾ। ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ, ਸਭ ਮਿਥਿਆ ਅਸਨਾਹਾ। ਰੇ ਮਨ ਕਿਆ ਕਰਹਿ ਹੈ ਹਾਹਾ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇਕ ਰਾਮ ਭਜਨ ਲੈ ਲਾਹਾ। ਰਹਾਉ ਜੈਸੇ ਬਸਤਰ ਦੇਹ ਉਡਾਨੇ, ਦਿਨ ਦੋਏ ਚਾਰ ਪੁਰਾਹਾ। ਭੀਤ ਉਪਰੇ ਕੇਤਕ ਧਾਈਐ, ਅੰਤ ਔਰ ਕੋ ਆਹਾ। ਜੈਸੇ ਅੰਬ ਕੁੰਡ ਕਰ ਰਾਖਿਓ, ਪਰਤ ਸਿੰਧ ਗਲ ਜਾਹਾ। ਆਵਗ ਆਗਿਆ ਪਾਰ ਬ੍ਰਹਮ ਕੀ, ਉਠ ਜਾਸੀ ਮੋਹਤ ਚਸਾਹਾ। ਰੇ ਮਨ ਲੇਖੈ ਚੱਲ ਹੈ, ਲੇਖੈ ਬੈਸ ਹੈ, ਲੇਖੈ ਲੈਂਦਾ ਸਾਹਾ। ਸਦਾ ਕੀਰਤ ਨਾਨਕ, ਸਦਾ ਕੀਰਤ ਕਰ ਨਾਨਕ ਹਰਿ ਕੀ। ਉਬਰੇ ਸਤਿਗੁਰ ਚਰਨ ਉਟਾਹਾ। ਰੇ ਮਨ ਲੇਖੈ ਚੱਲ ਹੈ, ਲੇਖੈ ਬੈਸ ਹੈ, ਲੇਖੈ ਲੈਂਦਾ ਸਾਹਾ। ਸਦਾ ਕੀਰਤ ਕਰ ਨਾਨਕ ਹਰਿ ਕੀ। ਉਬਰੇ ਸਤਿਗੁਰ ਚਰਨ ਉਟਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਵੱਡੇ ਭਾਗ ਹਨ। ਸੰਧਿਆ ਸਮੇਂ ਦੀਆਂ ਹਾਜ਼ਰੀਆਂ ਗੁਰੂ ਦਰਬਾਰ ਦੇ ਅੰਦਰ ਭਰੀਆਂ ਨੇ। ਬੜੇ ਪਿਆਰ ਸਹਿਤ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਦਰਸ਼ਨ ਕੀਤੇ ਨੇ। ਚੱਲ ਰਹੀ ਸਤਿਗੁਰਾਂ ਦੀ ਬਾਣੀ ਦੀ ਲੜੀਵਾਰ ਜੋ ਕਥਾ ਵਿਚਾਰ ਹੈ, ਇਸ ਦੇ ਤਹਿਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀਆਂ ਦੇ ਆਸਾ ਰਾਗ ਦੇ ਅੰਦਰ 10ਵੇਂ ਘਰ ਦੇ ਵਿੱਚ ਜੋ ਉਚਾਰਨ ਕੀਤੇ ਹੋਏ ਮੁਬਾਰਕ ਬਚਨ ਹਨ, ਉਹ ਆਪਾਂ ਨੇ ਸਰਵਣ ਕੀਤੇ ਹਨ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਮੁਬਾਰਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਰਸਨਾ ਦੀ ਪਵਿੱਤਰਤਾ ਦੇ ਵਾਸਤੇ, ਚਿੱਤ ਦੀ ਇਕਾਗਰਤਾ ਵਾਸਤੇ ਉਚਾਰਨ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀਆਂ ਨੇ ਇਸ ਪਾਵਨ ਪਵਿੱਤਰ ਇਹ ਸ਼ਬਦ ਦੇ ਵਿੱਚ ਜੋ ਸੰਸਾਰ ਦੀ ਰਚਨਾ ਹੈ, ਜੋ ਮਨੁੱਖੀ ਜੀਵਨ ਹੈ, ਜੋ ਇਹ ਪਦਾਰਥਵਾਦ ਸਾਨੂੰ ਨਜ਼ਰ ਆ ਰਿਹਾ ਹੈ, ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਥਿਆ ਕਿਹਾ ਹੈ, ਝੂਠ ਕਿਹਾ ਹੈ। ਇਸ ਸਾਰੇ ਸ਼ਬਦ ਦਾ ਜੋ ਕੇਂਦਰੀ ਭਾਵ ਹੈ, ਉਹ ਸਾਨੂੰ ਇਹ ਸਮਝਾ ਰਹੇ ਨੇ ਕਿ ਇਹ ਇਨਸਾਨ ਆਪਣੇ ਅੰਦਰੋਂ ਮੈਂ ਮੇਰੀ ਨੂੰ ਖਤਮ ਕਰ, ਕਿਉਂਕਿ ਇਹ ਜੋ ਸੰਸਾਰ ਦੀ ਰਚਨਾ ਹੈ ਇਹ ਬਿਲਕੁਲ ਝੂਠੀ ਹੈ। ਅਤੇ ਤੂੰ ਆਪਣੀ ਮੈਂ ਨੂੰ, ਆਪਣੀ ਹਉਮੈ ਨੂੰ ਇੰਨੇ ਪੱਠੇ ਨਾ ਪਾ ਵੀ ਮੈਂ ਇਸ ਸੰਸਾਰ ਦੇ ਉੱਤੇ ਸਦਾ ਵਾਸਤੇ ਬੈਠਿਆਂ ਰਹਿਣਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
ਜੋ ਸਾਨੂੰ ਰਹਾਉ ਵਾਲੀ ਪੰਕਤੀ ਦੇ ਵਿੱਚ ਉਪਦੇਸ਼ ਦਿੱਤਾ ਹੈ। ਸਾਹਿਬ ਜੀ ਕਹਿਣ ਲੱਗੇ, ਰੇ ਮਨ ਕਿਆ ਕਰਹਿ ਹੈ ਹਾ ਹਾ। ਸਾਹਿਬ ਕਹਿਣ ਲੱਗੇ, ਹੇ ਮੇਰੇ ਮਨਾ, ਕਿਉਂ ਸੰਸਾਰ ਦੇ ਵਿੱਚ ਤੂੰ ਹੈ ਹਾ ਹਾ। ਹਾ ਹਾ ਤੋਂ ਭਾਵ ਹੈ ਕਿ ਆ ਮੇਰਾ ਹੈ, ਆ ਮੇਰਾ ਹੈ, ਕਿਉਂ ਕਰਦਾ ਪਿਆ ਹੈ। ਤੋ ਸਾਹਿਬ ਕਹਿਣ ਲੱਗੇ, ਸੰਸਾਰ ਦੇ ਵਿੱਚ ਕੁਛ ਵੀ ਤੇਰਾ ਨਹੀਂ ਹੈ। ਤੋ ਆਪਣਾ ਉਹਨੂੰ ਮੰਨੀ ਬੈਠੇ ਆ ਨਾ, ਜੋ ਸੱਚ ਸਾਨੂੰ ਦਿਸਦਾ ਪਿਆ ਹੈ, ਜੋ ਸਾਨੂੰ ਨਜ਼ਰ ਆ ਰਿਹਾ ਹੈ, ਜੋ ਸਾਡੀ ਪਕੜ ਦੇ ਵਿੱਚ ਆ ਰਿਹਾ, ਉਹਨੂੰ ਅਸੀਂ ਆਪਣਾ ਮੰਨ ਕੇ ਬੈਠੇ ਹੋਏ ਹਾਂ। ਪਰ ਸਾਹਿਬ ਕਹਿਣ ਲੱਗੇ, ਮੇਰੇ ਮਨਾ, ਇੱਥੇ ਸੰਸਾਰ ਦੇ ਵਿੱਚ ਕੁਝ ਵੀ ਤੇਰਾ ਨਹੀਂ ਹੈ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ। ਸਾਹਿਬ ਕਹਿਣ ਲੱਗੇ ਕਿ ਦ੍ਰਿਸ਼ਟ ਦੇਖ, ਕਈ ਵਾਰੀ ਆਪਾਂ ਬੱਦਲਾਂ ਦੇ ਵਿੱਚ ਨਿਗਾਹ ਮਾਰੀਦਾ ਨਾ, ਤੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਕੋਈ ਮੂਰਤੀਆਂ ਬਣੀਆਂ ਹੁੰਦੀਆਂ ਨੇ, ਜਾਂ ਕਈ ਪ੍ਰਕਾਰ ਦੀਆਂ ਸਾਧ ਸੰਗਤ ਜੀ ਚਿੱਤਰ ਜੇ ਬਣ ਕੇ ਸਾਹਮਣੇ ਆ ਜਾਂਦੇ ਨੇ। ਇਹਨੂੰ ਬਾਣੀ ਦੇ ਵਿੱਚ ਜਾਂ ਸ਼ਾਸਤਰਾਂ ਦੇ ਵਿੱਚ ਹਰੀ ਚੰਦੌਰੀ ਦਾ ਨਾਮ ਦਿੱਤਾ ਹੈ। ਇਹਦੇ ਪਿੱਛੇ ਇੱਕ ਸਾਖੀ ਹੈ ਜੀ। ਕਹਿੰਦੇ ਵੀ ਜਦੋਂ ਜਿਹੜਾ ਰਾਜਾ ਹਰੀਸ਼ ਚੰਦਰ ਹੋਇਆ ਹੈ, ਵੀ ਉਹਨੂੰ ਇਹ ਵਰ ਦਿੱਤਾ ਗਿਆ, ਕਹਿਣ ਲੱਗੇ ਵੀ ਮੰਗ ਲੈ ਕੁਛ। ਜਦੋਂ ਉਹਨੂੰ ਆਪਸ਼ਨ ਦਿੱਤਾ ਗਿਆ ਵੀ ਮੰਗੋ ਕੁਛ, ਉਹਨੇ ਆਖਿਆ ਸੀ, ਕਹਿਣ ਲੱਗੇ ਮੈਂ ਆਪਣੀ ਨਗਰੀ ਦੇ ਨਾਲ ਪ੍ਰਮਾਤਮਾ ਵਾਹਿਗੁਰੂ ਜੀ ਤੇਰੇ ਨਗਰ ਦੇ ਵਿੱਚ ਆ ਜਾਵਾਂ, ਕਹਿ ਲਓ ਵੀ ਤੇਰੀ ਦਰਗਾਹ ਦੇ ਵਿੱਚ ਆ ਜਾਵਾਂ। ਤਥਾਸਤੂ ਆਖਿਆ ਗਿਆ। ਕਹਿੰਦੇ ਹਨ ਕਿ ਜਿਸ ਵਕਤ ਰਾਜਾ ਹਰੀਸ਼ ਚੰਦਰ ਇਸ ਦੁਨੀਆ ਤੋਂ ਗਿਆ, ਤੇ ਉਹ ਜਿਹੜਾ ਸਾਰਾ ਨਗਰ ਜਿਹੜਾ ਸੀ, ਉਹਦੇ ਨਾਲ ਹੀ ਸਾਧ ਸੰਗਤ ਜੀ ਚਲਾ ਗਿਆ। ਤੇ ਰਾਹ ਜਾਂਦਿਆਂ ਨੂੰ ਕਹਿੰਦੇ ਖੋਤਾ ਹਿਣਕਿਆ, ਤੇ ਉੱਥੇ ਹੀ ਰੁਕ ਗਈ ਉਹ ਨਗਰੀ। ਤੇ ਉਹ ਕਹਿੰਦੇ ਹਾਲੇ ਤੱਕ ਆਕਾਸ਼ ਦੇ ਵਿੱਚ ਉੱਡੀ ਫਿਰਦੀ ਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਵੀ ਇਹ ਭਾਈ, ਆਪਾਂ ਉਹ ਸਾਖੀਆਂ ਸੁਣੀਆਂ ਨੇ, ਪਰ ਕਦੀ ਆਪਣੀਆਂ ਅੱਖਾਂ ਦੇ ਨਾਲ ਉਹ ਹਰੀ ਚੰਦੌਰੀ ਨਗਰ ਜਿਹੜਾ ਹੈ, ਆਪਾਂ ਆਕਾਸ਼ ਦੇ ਵਿੱਚ ਅੱਜ ਤੱਕ ਵੇਖਿਆ ਨਹੀਂ ਹੈ। ਇੱਕ ਸਿਰਫ ਭੁਲੇਖਾ ਹੀ ਹੈ। ਸੁਣਿਆ ਜ਼ਰੂਰ ਹੈ, ਪਰ ਹੈ ਭੁਲੇਖਾ। ਤੋ ਸਾਹਿਬ ਜੀ ਕਹਿਣ ਲੱਗੇ, ਜਿਵੇਂ ਹਰੀ ਚੰਦੌਰੀ ਦੀ ਨਗਰੀ ਸੱਚ ਨਹੀਂ ਹੈ, ਉਸੇ ਤਰ੍ਹਾਂ ਸਾਹਿਬ ਜੀ ਕਹਿਣ ਲੱਗੇ ਇਹ ਸੰਸਾਰ ਦੀ ਰਚਨਾ ਵੀ ਬਿਲਕੁਲ ਸੱਚ ਨਹੀਂ ਹੈ। ਸੁਣੀਦਾ ਜ਼ਰੂਰ ਹੈ ਵੀ ਸੰਸਾਰ ਸੱਚਾ ਹੈ, ਸੁਣੀਦਾ ਜ਼ਰੂਰ ਹੈ ਵੀ ਸਾਡੀ ਪਕੜ ਦੇ ਵਿੱਚ ਆ ਰਿਹਾ, ਵੇਖੀਦਾ ਵੀ ਹੈ, ਪਰ ਸਾਹਿਬ ਕਹਿਣ ਲੱਗੇ ਕੁਝ ਵੀ ਤੇਰਾ ਨਹੀਂ ਹੈ ਇੱਥੇ। ਤੋ ਸਾਹਿਬ ਕਹਿਣ ਲੱਗੇ ਇੱਥੇ ਇੱਕੋ ਚੀਜ਼ ਤੇਰੀ ਹੈ, ਇੱਕ ਰਾਮ ਭਜਨ ਲੈ ਲਾਹਾ। ਇੱਕੋ ਇੱਕ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਲੈ, ਉਹਦੇ ਨਾਮ ਦੀ ਖੱਟੀ ਖੱਟ। ਇਹੀ ਜਿਹੜਾ ਨਾਮ ਹੈ, ਇਹ ਵਿਖੜੇ ਰਾਹਾਂ ਦੇ ਵਿੱਚ ਤੇਰਾ ਸਹਾਇਕ ਬਣੇਗਾ। ਸਾਹਿਬ ਜੀ ਕਹਿਣ ਲੱਗੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਸਿਰਫ ਇੱਕ ਵਾਹਿਗੁਰੂ ਜੀ ਦਾ ਨਾਮ ਹੀ ਤੇਰਾ ਸਹਾਇਕ ਬਣ ਕੇ ਤੁਰੇਗਾ। ਸਾਹਿਬ ਜੀ ਕਹਿਣ ਲੱਗੇ, ਨਹੀਂ ਤੇ ਸੰਸਾਰ ਦੀ ਜਿੰਨੀ ਰਚਨਾ ਤੂੰ ਵੇਖ ਰਿਹਾ ਹੈ, ਜੋ ਤੇਰੀਆਂ ਅੱਖਾਂ ਦੇ ਸਾਹਮਣੇ ਨਜ਼ਰ ਆ ਰਿਹਾ ਹੈ, ਸਾਹਿਬ ਜੀ ਕਹਿਣ ਲੱਗੇ ਸਭ ਕੁਛ ਇੱਥੇ ਛੱਡ ਕੇ ਚਲਿਆ ਜਾਣਾ ਹੈ। ਤੋ ਸਾਹਿਬ ਜੀਆਂ ਨੇ ਬਚਨ ਕੀਤਾ, ਕਹਿਣ ਲੱਗੇ ਜਿਸ ਨੂੰ ਤੂੰ ਅਸਥਿਰ ਕਰ ਮਨ ਹੈ। ਉਹ ਉਦਾਹਰਨਾਂ ਦਿੱਤੀਆਂ ਨੇ ਮਹਾਰਾਜ ਜੀਆਂ ਨੇ ਫਿਰ ਸਮਝਾਉਣ ਦੀ ਖਾਤਰ। ਸਾਹਿਬ ਜੀ ਕਹਿਣ ਲੱਗੇ, ਜਿਸ ਸਰੀਰ ਨੂੰ ਤੇ ਜਿਸ ਪਦਾਰਥ ਨੂੰ ਤੂੰ ਸੱਚ ਮੰਨੀ ਬੈਠਾ ਹੈ, ਕਿਉਂਕਿ ਸਾਡੀ ਬਿਰਤੀ ਆਪਣੇ ਸਰੀਰ ਨੂੰ ਵੀ ਸੱਚ ਮੰਨੀ ਬੈਠੀ ਹੈ ਜੀ, ਤੇ ਸੰਸਾਰ ਨੂੰ ਵੀ ਸੱਚਾ ਮੰਨ ਕੇ ਬੈਠੀ ਹੋਈ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਤੇ ਪਾਹੁਨ ਦੋ ਦਾਹ। ਸਾਹਿਬ ਜੀ ਕਹਿਣ ਲੱਗੇ, ਤੇ 2 ਦਿਨਾਂ ਦੇ ਪ੍ਰਾਹੁਣੇ ਨੇ, ਇਹ ਸਰੀਰ ਵੀ ਤੇ ਪਦਾਰਥ ਵੀ। ਨਾ ਸਰੀਰ ਦੇ ਬਿਨਸਣ ਲੱਗਿਆਂ ਟਾਈਮ ਲੱਗਣਾ, ਤੇ ਨਾ ਹੀ ਪਦਾਰਥ ਦੇ ਖਤਮ ਹੋਣ ਲੱਗਿਆਂ ਟਾਈਮ ਲੱਗਣਾ। ਤੋ ਸਾਹਿਬ ਜੀ ਕਹਿਣ ਲੱਗੇ 2 ਦਿਨਾਂ ਦੇ ਪ੍ਰਾਹੁਣੇ ਹਨ ਇਸ ਸੰਸਾਰ ਦੇ ਉੱਤੇ। ਤੋ ਇਸ ਕਰਕੇ ਸਾਹਿਬ ਜੀ ਕਹਿਣ ਲੱਗੇ, ਜਿਸ ਨੂੰ ਤੂੰ ਅਸਥਿਰ ਕਰ ਮਨ ਹੈ, ਜਿਹਨੂੰ ਤੂੰ ਸਦੀਵੀ ਮੰਨਿਆ ਬੈਠਾ ਹੈ ਨਾ ਮਨਾ, ਇਹਦੇ ਵਿੱਚ ਕੋਈ ਵੀ ਚੀਜ਼ ਸਦੀਵੀ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ੇਖ ਬ੍ਰਹਮ ਦੇ ਨਾਲ ਜਦੋਂ ਉਹਨਾਂ ਦਾ ਮਿਲਾਪ ਹੋਇਆ ਹੈ, ਬਾਬਾ ਫਰੀਦ ਸਾਹਿਬ ਜੀਆਂ ਦਾ ਇਹ ਪੋਤਰਾ ਸੀ ਜੀ। ਪੋਤਰਾ ਕਹਿਣ ਤੋਂ ਭਾਵ ਕਿ ਉਹਨਾਂ ਦਾ ਗੱਦੀ ਨਸ਼ੀਨ ਸੀ ਜੀ ਇਹ। ਤਾਂ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਕਪਟਨ ਦੇ ਵਿੱਚ ਇਹਨੂੰ ਮਿਲੇ ਨੇ,
ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਨੂੰ ਇਹਨੇ ਬਚਨ ਆਖਿਆ ਸੀ। ਕਹਿਣ ਲੱਗੇ, ਮਹਾਰਾਜ ਇਸ ਸੰਸਾਰ ਦੇ ਵਿੱਚ ਦੱਸੋ ਵੀ ਕਿਹੜੀ ਚੀਜ਼ ਅਸਥਿਰ ਹੈ, ਕਿਹੜੀ ਚੀਜ਼ ਰਹਿਣ ਵਾਲੀ ਹੈ। ਕੋਈ ਰਾਜਾ ਰਹੇਗਾ, ਮਹਾਰਾਜਾ ਰਹੇਗਾ, ਕੋਈ ਪੀਰ ਰਹੇਗਾ, ਕੋਈ ਫਕੀਰ ਰਹੇਗਾ। ਮਹਾਰਾਜ ਜੀ ਕਿਰਪਾ ਕਰਕੇ ਦੱਸੋ। ਤੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਨੇ ਆਖਿਆ ਸੀ, ਕਹਿਣ ਲੱਗੇ ਕਿ ਹੇ ਸ਼ੇਖ ਬ੍ਰਹਮ, ਇਸ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਸਥਿਰ ਨਹੀਂ ਹੈ, ਸਭ ਚੱਲਣ ਵਾਲੀਆਂ ਨੇ ਇੱਥੋਂ। ਤੋ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ, ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ਜ਼ੇਰ ਕਹਿੰਦੇ ਨੇ ਜੀ ਆਕਾਸ਼ ਨੂੰ, ਜਿਵੇਂ ਕਹਿੰਦੇ ਨੇ ਜ਼ਮੀਨ ਨੂੰ। ਸਾਹਿਬ ਕਹਿਣ ਲੱਗੇ, ਇੱਕ ਦਿਨ ਇਹ ਆਕਾਸ਼ ਵੀ ਨਾਸ਼ ਹੋ ਜਾਣਾ ਹੈ, ਇੱਕ ਦਿਨ ਜ਼ਮੀਨ ਵੀ ਨਾਸ਼ ਹੋਏਗੀ। ਹਮ ਜ਼ੇਰ ਜ਼ਮੀ ਦੁਨੀਆ ਪੀਰਾ ਮਸਾਇਕਾ ਰਾਇਆ। ਇੱਕ ਦਿਨ ਭਾਵੇਂ ਕੋਈ ਦੁਨੀਆ ਦਾ ਪਾਤਸ਼ਾਹ ਹੈ, ਭਾਵੇਂ ਕੋਈ ਫਕੀਰ ਹੈ, ਭਾਵੇਂ ਕੋਈ ਕਿੱਡਾ ਵੱਡਾ ਮਰਜੀ ਹੈ, ਸਾਹਿਬ ਕਹਿਣ ਲੱਗੇ ਇੱਕ ਦਿਨ ਸਭ ਨੇ ਮਿੱਟੀ ਦੇ ਥੱਲੇ ਜ਼ਰੂਰ ਆਉਣਾ ਹੈ। ਤੋ ਸਾਹਿਬ ਕਹਿਣ ਲੱਗੇ, ਹਮ ਜ਼ੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ, ਮੇਰ ਵੱਧ ਬਾਦਸ਼ਾਹ ਅਫਜੂ ਖੁਦਾਇਆ। ਇੱਥੋਂ ਰਾਜੇ ਵੀ ਜਾਣਗੇ, ਇੱਥੋਂ ਆਕਾਸ਼ ਵੀ ਜਾਏਗਾ, ਧਰਤੀ ਵੀ ਜਾਏਗੀ, ਸਭ ਕੁਝ ਜਾਏਗਾ। ਕਹਿਣ ਲੱਗੇ, ਅਫਜੂ ਖੁਦਾਇਆ, ਰਹਿਣ ਵਾਲਾ ਇੱਕ ਵਾਹਿਗੁਰੂ ਜੀ ਹੈ, ਉਹਦੇ ਤੋਂ ਬਿਨਾਂ ਕਿਸੇ ਨੇ ਨਹੀਂ ਰਹਿਣਾ। ਤੋ ਸਾਹਿਬ ਜੀ ਕਹਿਣ ਲੱਗੇ, ਜਿਸ ਨੂੰ ਤੂੰ ਅਸਥਿਰ ਕਰ ਮੰਨਿਆ ਹੈ ਭਾਈ, ਜਿਸ ਸੰਸਾਰ ਨੂੰ ਤੂੰ ਅਸਥਿਰ ਕਰਕੇ ਮੰਨਿਆ ਹੈ, ਸੱਚਾ ਕਰਕੇ ਮੰਨੀ ਬੈਠਾ ਹੈ, ਇਹ ਵੀ 2 ਦਿਨਾਂ ਦੇ ਪ੍ਰਾਹੁਣੇ ਨੇ। ਕਿਸੇ ਅਦੀਬ ਨੇ ਲਿਖਿਆ ਹੈ, ਕਹਿਣ ਲੱਗੇ, ਜੋ ਘੜਿਆ ਸੋ ਭੱਜਣਾ ਇੱਥੇ, ਜੋ ਬਣਿਆ ਸੋ ਢਹਿਣਾ, ਆਖਿਰ ਛੱਡਣੇ ਮਹਿਲ ਮੁਨਾਰੇ, ਬੈਠ ਕਿਸੇ ਨੇ ਨਹੀਂ ਰਹਿਣਾ। ਇੱਥੇ ਸੰਸਾਰ ਦੇ ਵਿੱਚ ਇੱਕ ਦਿਨ ਮਹਿਲ ਮੁਨਾਰੇ ਛੱਡ ਕੇ ਚਲਿਆਂ ਜਾਣਾ ਹੈ ਜੀ। ਇੱਥੇ ਜੋ ਬਣਿਆ ਇੱਕ ਦਿਨ ਢਹਿ ਜਾਣਾ ਹੈ, ਜੋ ਘੜਿਆ ਉਹਨੇ ਭੱਜ ਜਾਣਾ ਹੈ। ਤੋ ਸਾਹਿਬ ਜੀ ਕਹਿਣ ਲੱਗੇ ਕਿ ਇਸ ਸੰਸਾਰ ਦੀ ਰਚਨਾ ਨੂੰ ਸੱਚ ਨਾ ਮੰਨ, ਹੇ ਮੇਰੇ ਮਨਾ, ਉਸ ਵਾਹਿਗੁਰੂ ਦੇ ਨਾਮ ਦੀ ਖੱਟੀ ਖੱਟ, ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ, ਸਭ ਮਿਥਿਆ ਸਨਾਹਾ। ਇਹ ਜਿਹੜੇ ਤੇ ਧੀਆਂ ਪੁੱਤਰ ਕਲੱਤਰ ਕਹਿੰਦੇ ਨੇ ਜੀ ਪਰਿਵਾਰ ਨੂੰ, ਗ੍ਰਹਿ ਘਰ ਹੋ ਗਿਆ ਜੀ, ਸਗਲ ਸਮੱਗਰੀ, ਆ ਜਿੰਨੀ ਤੂੰ ਸਮੱਗਰੀ ਵੇਖਦਾ ਪਿਆ ਹੈ, ਜਿੰਨਾ ਤੂੰ ਪਦਾਰਥ ਵੇਖਦਾ ਪਿਆ ਹੈ, ਸਭ ਮਿਥਿਆ ਸਨਾਹਾ। ਸਾਹਿਬ ਜੀ ਕਹਿਣ ਲੱਗੇ, ਸਭ ਝੂਠ ਹੈ, ਇਹ ਸਭ ਝੂਠ ਦਾ ਪਲੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਸੋਰਠ ਰਾਗ ਦੇ ਅੰਦਰ ਬਚਨ ਹੈ ਜੀ। ਕਹਿਣ ਲੱਗੇ, ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ। ਇਹ ਜਿੰਨੀ ਆਪਾਂ ਸਮੱਗਰੀ ਵੇਖਦੇ ਪਏ ਹਾਂ ਅੱਖਾਂ ਦੇ ਨਾਲ, ਸਾਹਿਬ ਜੀ ਕਹਿਣ ਲੱਗੇ, ਇਹ ਭਾਈ ਇੱਕ ਦਿਨ ਛੱਡ ਕੇ ਚਲਿਆ ਜਾਣਾ ਹੈ, ਇਹ ਸਭ ਕੁਝ ਇੱਥੇ ਰਹਿਣਾ ਹੈ। ਤੋ ਇਸ ਕਰਕੇ ਸਾਹਿਬ ਜੀ ਕਹਿਣ ਲੱਗੇ, ਰੇ ਮਨ, ਹੇ ਮੇਰੇ ਮਨਾ, ਕਿਆ ਕਰ ਹੈ ਹਾ, ਆ ਮੇਰਾ ਕਿਉਂ ਕਰਦਾ ਹੈ ਮਨਾ, ਜਦ ਇੱਥੇ ਸੰਸਾਰ ਦੀ ਸਭ ਰਚਨਾ ਜਿਹੜੀ ਹੈ ਬਿਲਕੁਲ ਝੂਠ ਹੈ। ਤੋ ਸਾਹਿਬ ਜੀ ਕਹਿਣ ਲੱਗੇ, ਕਰਾਮ ਭਜਨ ਲੈ ਲਾਹਾ, ਇੱਕ ਵਾਹਿਗੁਰੂ ਜੀ ਦੇ ਨਾਮ ਦਾ ਲਾਹਾ ਲੈ। ਰਹਾਓ ਜੈਸੇ ਬਸਤਰ ਦੇਹ ਉਡਾਨੇ, ਦਿਨ 2-4 ਪੁਰਾਹਾ। ਸਾਹਿਬ ਜੀ ਨੇ ਨਾ ਸਾਡੇ ਤਨ ਦੇ ਕੱਪੜਿਆਂ ਦੀ ਉਦਾਹਰਨ ਦਿੱਤੀ ਹੈ। ਸਾਹਿਬ ਕਹਿਣਗੇ, ਸੂਟ ਲੈ ਕੇ ਨਵਾਂ ਸਵਾਈਦਾ ਜੀ, ਆਪਾਂ 4 ਦਿਨ ਬੜੇ ਚਾਅ ਦੇ ਨਾਲ ਪਾਈਦਾ। ਇੱਕ ਦਿਨ ਸੂਟ ਜਿਹੜਾ ਹੈ ਨਾ ਜੀ, ਉਹ ਕਿਤੋਂ ਨਾ ਕਿਤੋਂ ਪਾਟ ਹੀ ਜਾਂਦਾ ਹੈ ਜੀ। ਪੁਰਾਣੇ ਆਪਣੇ ਬਜ਼ੁਰਗ ਜਿਹੜੇ ਹੁੰਦੇ ਸੀ ਨਾ ਜੀ, ਉਹ ਕੀ ਕਰਦੇ ਸੀ, ਉਹ ਉਹੋ ਜਿਹਾ ਕੱਪੜਾ ਲੈ ਕੇ ਤੇ ਨਾਲ ਗਾਂਢਾ ਲਾ ਦਿੰਦੇ ਸਨ, ਟਾਕੀ ਲਾ ਦਿੰਦੇ ਸੀ ਵੀ ਚੱਲ 4 ਦਿਨ ਹੋਰ ਚੱਲ ਜਾਏਗਾ ਜੀ। ਤੇ ਦੂਸਰੇ ਪਾਸੇ ਪੱਟਣਾ ਤੇ ਫਿਰ ਉੱਥੇ ਟਾਂਕਾ ਲਾ ਦੇਣਾ ਵੀ ਚੱਲ ਇੱਧਰੋਂ 4 ਦਿਨ ਹੋਰ ਚੱਲ ਜਾਏਗਾ। ਇੱਕ ਦਿਨ ਸਾਧ ਸੰਗਤ ਜੀ ਘਸ ਕੇ ਉਹ ਬਿਲਕੁਲ ਫਟ ਹੀ ਜਾਂਦਾ ਸੀ ਜੀ। ਤੇ ਫਿਰ ਉਹ ਟਾਂਕਾ ਵੀ ਕੋਈ ਕੰਮ ਨਹੀਂ ਸੀ ਆਉਂਦਾ ਹੈਗਾ, ਉਹ ਟਾਕੀਆਂ ਉਵੇਂ ਲੱਗੀਆਂ ਰਹਿ ਜਾਂਦੀਆਂ ਸੀ, ਉੱਤੇ ਉਹ ਕੱਪੜਾ ਭੁਰ ਜਾਂਦਾ ਸੀ ਜੀ, ਬਿਲਕੁਲ ਉਹਨੇ ਘਸ ਜਾਣਾ। ਸਾਹਿਬ ਜੀ ਕਹਿਣ ਲੱਗੇ ਕਿ ਇਸੇ ਤਰ੍ਹਾਂ ਇਹ ਸੰਸਾਰ ਦੀ ਰਚਨਾ ਬੰਦਿਆ, ਆਪਾਂ ਵੀ ਸਰੀਰ ਨੂੰ ਬੜੇ ਟਾਂਕੇ ਲਾਈਦਾ ਜੀ। ਅੱਜ ਕੱਲ੍ਹ ਲੱਗਣ ਲੱਗ ਪਏ ਨੇ ਜੀ, ਕੋਈ ਦਿਲ ਦੇ ਵਾਲ ਪਵਾ ਰਿਹਾ ਹੈ, ਕੋਈ ਸਾਧ ਸੰਗਤ ਜੀ ਆਪਣੀਆਂ ਕਿਡਨੀਆਂ ਐਕਸਚੇਂਜ ਕਰਵਾ ਰਿਹਾ ਹੈ, ਕੋਈ ਦਿਲ ਬਦਲਾ ਰਿਹਾ, ਕੋਈ ਕੀ ਕਰਦਾ ਵੇ, ਟਾਂਕੇ ਬੜੇ ਲਾਈਦਾ। ਪਰ ਸਾਹਿਬ ਕਹਿਣ ਲੱਗੇ, ਜਿੰਨੇ ਮਰਜ਼ੀ ਲਾਈ ਜਾ, ਪਰ ਇੱਕ ਦਿਨ ਨਾਸ਼ ਇਹਨੇ ਫਿਰ ਹੋ ਜਾਣਾ ਹੈ। ਇੱਕ ਸਾਡੇ ਮਿੱਤਰ ਪਿਆਰੇ ਦਾ ਨਾ ਜੀ ਲੀਵਰ ਖਰਾਬ ਹੋ ਗਿਆ ਸੀ ਜੀ, ਤੇ ਚੰਡੀਗੜ੍ਹ ਉਹਨੇ ਹਸਪਤਾਲੋਂ ਪਤਾ ਕੀਤਾ, ਕਹਿਣ ਲੱਗੇ ਰੁਪਈਆ 33 ਲੱਖ ਲੱਗੇਗਾ ਜੀ, ਜੇ ਲੀਵਰ ਦਾ ਟਰਾਂਸਫਰ ਕਰਨਾ ਹੈ ਰੁਪਈਆ 33 ਲੱਖ ਲੱਗੇਗਾ। ਉਹ ਕਹਿੰਦੇ ਵੀ ਚਲੋ ਮੈਂ ਜ਼ਮੀਨ ਵੇਚ ਕੇ ਆਪਦੀ ਇਹ ਕਰਵਾ ਦੇਣਾ ਹੈ ਜੀ ਆਪਰੇਸ਼ਨ, ਪਰ ਗਰੰਟੀ ਕਿੰਨੀ ਹੈ? ਕਹਿੰਦੇ 3 ਮਿੰਟ ਦੀ ਵੀ ਨਹੀਂ ਹੈ ਜੀ।
ਵੀ ਅੱਗੋਂ ਚੱਲੇ ਨਾ ਚੱਲੇ ਗਰੰਟੀ ਕੋਈ ਨਹੀਂ। ਉਹ ਕਹਿੰਦਾ 33 ਲੱਖ ਵੀ ਤੁਹਾਨੂੰ ਦੇਵਾਂ ਤੇ ਸਰੀਰ ਵੀ ਮੇਰਾ ਗਵਾਚ ਜਾਏ ਤੇ ਕਹਿੰਦੇ ਇਹਦੇ ਨਾਲ ਤੇ ਜਿਹੜਾ 33 ਲੱਖ ਬੱਚੇ ਤੇ ਵਰਤਣਗੇ ਜੀ। ਤੋ ਸਾਹਿਬ ਕਹਿਣ ਲੱਗੇ ਜਿੰਨੇ ਮਰਜ਼ੀ ਟਾਂਕੇ ਲਵਾਈ ਜਾ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀਆਂ ਦੇ ਇੱਕ ਆਪਾਂ ਸ਼ਲੋਕ ਪੜ੍ਹੀਦਾ ਹੈ। ਬਾਬਾ ਜੀ ਬੈਠੇ ਨੇ, ਕੱਪੜੇ ਵੇਚਣ ਵਾਲਾ ਆਇਆ, ਮਾਈਆਂ ਇਕੱਠੀਆਂ ਹੋਈਆਂ ਜੀ। ਤੇ ਉਹ ਕਹਿੰਦੇ ਮਾਈਆਂ ਨੇ ਸੂਟ ਲਏ ਜੀ। ਲਾਗੇ ਕੋਈ ਬੀਬੀ ਸੂਟ ਸੀਂਦੀ ਸੀ, ਉਹਨੂੰ ਕਹਿੰਦੀ ਭੈਣੇ ਚੰਗਾ ਧਾਗਾ ਲਾ ਕੇ ਇਹਨੂੰ ਸੀਵਣਾ ਮਾਰ ਦਈ, ਸੂਟ ਬਣਾ ਦਈ ਮੇਰਾ। ਤੇ ਉਹ ਕਹਿਣ ਲੱਗੀ ਬੀਬੀ ਇੰਜ ਦੱਸ ਵੀ ਜਿਹੜਾ ਤੂੰ ਧਾਗਾ ਲਾਏਂਗੀ ਕਿੰਨਾ ਕੁ ਚਿਰ ਕੱਢ ਜਾਏਗਾ। ਤੇ ਸੂਟ ਵਾਲਿਆਂ ਨੂੰ ਕਹਿੰਦੀ ਕੱਪੜਾ ਕਿੰਨਾ ਕੁ ਚਿਰ ਕੱਢੇਗਾ। ਤੇ ਕੱਪੜਾ ਵੇਚਣ ਵਾਲੇ ਵੀ ਅੱਗੋਂ ਛੱਡ ਦਿੰਦੇ ਨੇ ਜੀ, ਵਿੱਚ 6-7 ਸਾਲ ਕਿਤੇ ਨਹੀਂ ਜਾਂਦਾ ਹੈ। ਤੇ ਮਾਈ ਨੇ ਵੀ ਕਹਿ ਦਿੱਤਾ ਬਾਬਾ ਜੀ ਕਹਿੰਦੇ ਇੰਜ ਦੱਸ ਭੈਣੇ ਮੇਰੀਏ, ਫਰੀਦਾ ਖਿੰਥੜ ਮੇਖਾਂ ਅਗਲੀਆਂ, ਕੱਪੜਿਆਂ ਨੂੰ ਤੇ ਟਾਂਕੇ ਲਵਾਈ ਜਾਨੀ ਏ, ਇੱਥੇ ਤੇ ਗਰੰਟੀਆਂ ਲਈ ਜਾਨੀ ਵੀ ਜੇ 7 ਸਾਲ ਚੱਲੇਗਾ, ਇਹ 3-4 ਸਾਲ ਧਾਗਾ ਚੱਲ ਜਾਏਗਾ। ਤੇ ਜਿੰਦ ਨਾ ਕਾਈ ਮੇਖ, ਆ ਤੇਰੀ ਜਿੰਦ ਦਾ ਟਾਂਕਾ ਜਿਸ ਦਿਨ ਟੁੱਟ ਗਿਆ ਉਸ ਦਿਨ ਕਿੰਨੇ ਲਾਉਣਾ ਹੈ। ਕਹਿਣ ਲੱਗੇ ਕਿਸੇ ਨੇ ਨਹੀਂ ਲਾਉਣਾ। ਤੋ ਬਾਬਾ ਜੀ ਕਹਿੰਦੇ ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਇੱਕ ਦਿਨ ਸਭ ਨੇ ਆਪਣੀ ਵਾਰੀ ਦੇ ਨਾਲ ਤੁਰ ਜਾਣਾ ਹੈ। ਤੋ ਸਾਹਿਬ ਜੀ ਕਹਿਣ ਲੱਗੇ ਜੈਸੇ ਬਸਤਰ ਦੇ ਉਡਾਨੇ, ਜਿਵੇਂ ਆਪਾਂ ਦੇਹ ਦੇ ਉੱਤੇ ਬਸਤਰ ਪਾ ਲਈਦਾ, ਦਿਨ ਦੋ 4 ਭਰਾਓ 2-4 ਦਿਨਾਂ ਦੇ ਵਿੱਚ ਘਾਸ ਪੱਟ ਕੇ ਸਾਧ ਸੰਗਤ ਜੀ ਅੰਤ ਨੂੰ ਉਹ ਕੱਪੜਾ ਸੱਟਣਾ ਪੈਂਦਾ ਹੈ। ਇਸੇ ਕਰਕੇ ਸਾਹਿਬ ਜੀ ਕਹਿਣ ਲੱਗੇ ਰੰਗ ਮਾਣ ਲੈ ਪਿਆਰਿਆ, ਜਾ ਜੋਬਨ ਨਾ ਹੁੱਲਾ, ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ। ਇਹ ਸਰੀਰ ਰੂਪੀ ਚੋਲਾ ਵੀ ਪੁਰਾਣਾ ਹੁੰਦਾ ਜਾ ਰਿਹਾ ਹੈ। ਤੋ ਸਾਹਿਬ ਕਹਿਣ ਲੱਗੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਪ੍ਰੇਮ ਨੂੰ ਮਾਣ, ਉਹਦੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜ। ਤੋ ਸਾਹਿਬ ਜੀ ਕਹਿਣ ਲੱਗੇ ਆਵਗ ਆਗਿਆ ਪਾਰ ਬ੍ਰਹਮ ਕੀ, ਜਿਸ ਦਿਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੀ ਆਗਿਆ ਆ ਗਈ, ਆਈ ਆਗਿਆ ਪਿਰਹੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਸਾਹਿਬ ਕਹਿਣ ਲੱਗੇ ਜਿਸ ਦਿਨ ਵਾਹਿਗੁਰੂ ਜੀ ਦੀ ਆਗਿਆ ਆ ਗਈ, ਇਸ ਜਿੰਦ ਨੇ ਸਰੀਰ ਦੇ ਨਾਲ ਨਹੀਂ ਸਲਾਹ ਕਰਨੀ, ਕਹੀ ਨਹੀਂ ਕਿਸੇ ਨੂੰ ਪੁੱਛਣਾ ਦੱਸਣਾ, ਚੁੱਪ ਕਰਕੇ ਉਹਦੇ ਨਾਲ ਤੁਰ ਪੈਣਾ ਹੈ। ਤੇ ਬਾਬਾ ਜੀ ਨੇ ਇਹਨੂੰ ਕਿਹਾ ਫਰੀਦਾ ਜਿੰਦਨ ਮਾਣੀ ਕੱਢੀਏ ਹੱਡਾਂ ਕੂ ਕੜਕਾਏ, ਜਿਸ ਦਿਨ ਮੌਤ ਨੇ ਆ ਕੇ ਹੱਡਾਂ ਨੂੰ ਕੜਕਾ ਕੇ ਜਿੰਦ ਕੱਢ ਕੇ ਉਹਨੇ ਅੱਗੇ ਲਾ ਤੁਰਨਾ ਹੈ। ਤੋ ਸਾਹਿਬ ਜੀ ਕਹਿਣ ਲੱਗੇ ਆਵਗ ਆਗਿਆ ਪਾਰ ਬ੍ਰਹਮ ਕੀ, ਉੱਠ ਜਾਸੀ ਮੋਹਤ ਚਸਾਹਾ। ਇੱਕ ਘੜੀ ਬਿੰਦ ਨਹੀਂ ਤੈਨੂੰ ਲੱਗਣੀ। ਚਸਾ ਕਹਿੰਦੇ ਨੇ ਜੀ 15 ਵਾਰੀ ਅੱਖਾਂ ਝਪਕ ਲਈਏ ਜੀ। ਕਹਿਣ ਲੱਗੇ ਬਸ ਇੰਨੇ ਕੁ ਟਾਈਮ ਦੇ ਵਿੱਚ ਤੇਰੀ ਜਿੰਦ ਦਾ ਇਹ ਸਾਰੀ ਕਹਾਣੀ ਖਤਮ ਹੋ ਜਾਣੀ ਹੈ। ਤੋ ਸਾਹਿਬ ਜੀ ਕਹਿਣ ਲੱਗੇ ਇੰਨਾ ਕੁ ਸਮੇਂ ਦਾ ਤੂੰ ਮਾਲਕ ਹੈ, ਹਮ ਆਦਮੀ ਹਾਂ, ਇੱਕਦਮੀ ਮੋਹਲਤ ਮੋਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਕਹਿਣ ਲੱਗੇ ਕਿ ਉਸ ਵਾਹਿਗੁਰੂ ਜੀ ਨੂੰ ਚੇਤੇ ਕਰ, ਜਿਸ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਪ੍ਰਾਣ ਦਿੱਤੇ ਨੇ, ਜਿੰਦ ਦਿੱਤੀ ਏ, ਉਸ ਵਾਹਿਗੁਰੂ ਦੇ ਨਾਮ ਦੀ ਖੱਟੀ ਖੱਟ, ਉਸ ਵਾਹਿਗੁਰੂ ਦੇ ਨਾਮ ਦਾ ਲਾਹਾ ਲੈ। ਤੋ ਸਾਹਿਬ ਜੀ ਕਹਿਣ ਲੱਗੇ ਰੇ ਮਨ ਜੈਸੇ ਅੰਬ ਕੁੰਡ ਕਰ ਰਾਖਿਓ, ਪਰਤ ਸਿੰਧ ਗਲ ਜਾਹਾ। ਸਾਹਿਬ ਜੀ ਕਹਿਣ ਲੱਗੇ ਜਿਵੇਂ ਲੂਣ ਦੀ ਡਲੀ ਨੂੰ ਨਾ ਕਿਸੇ ਪਾਣੀ ਦੇ ਕੁੰਡ ਦੇ ਵਿੱਚ ਸੱਟ ਦਈਏ, ਤੇ ਉਹ ਸਾਧ ਸੰਗਤ ਜੀ ਡਲੀ ਨੇ ਜਦੋਂ ਸੱਟਾਂਗੇ ਉਹਨੇ ਜਾਂਦਿਆਂ ਜਾਂਦਿਆਂ ਘੁਲ ਜਾਣਾ ਹੈ। ਸਾਹਿਬ ਜੀ ਕਹਿਣ ਲੱਗੇ ਉਹ ਬਹੁਤਾ ਚਿਰ ਨਹੀਂ ਜੇ ਰਹਿੰਦੀ ਹੈਗੀ। ਤੋ ਸਾਹਿਬ ਜੀ ਕਹਿਣ ਲੱਗੇ ਇਸੇ ਤਰ੍ਹਾਂ ਇਸ ਜਿੰਦ ਨੂੰ ਬਿਨਸਣ ਲੱਗਿਆਂ ਵੀ ਸਮਾਂ ਨਹੀਂ ਲੱਗੇਗਾ। ਇਸ ਕਰਕੇ ਸਾਹਿਬ ਕਹਿਣ ਲੱਗੇ ਉਸ ਵਾਹਿਗੁਰੂ ਜੀ ਦੇ ਵਿੱਚ ਆਪਣੀ ਭੇਦਤਾ ਕਰ, ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਵਿੱਚ ਲੀਨ ਕਰ, ਤਾਂ ਕਿ ਇਹ ਜਿਹੜੀ ਤੇਰੀ ਜਿੰਦ ਲੂਣ ਦੀ ਡਲੀ ਦੀ ਨਿਆਈ ਹੈ, ਇਹ ਕਿਤੇ ਕਾਲ ਦੇ ਪਾਣੀ ਦੇ ਵਿੱਚ ਨਾ ਖਰਜੇ। ਇਹਨੂੰ ਪਾਤਸ਼ਾਹ ਜੀ ਕਹਿਣ ਲੱਗੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਾ ਕੇ ਸਫਲਿਆਂ ਕਰ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਬੇ ਲਹਿਣੇ ਦੇ ਰੂਪ ਦੇ ਵਿੱਚ ਪਹਿਲੀ ਦਫਾ ਜਦੋਂ ਦਰਸ਼ਨ ਕਰਕੇ ਆਏ, ਦੂਜੀ ਦਫਾ ਜਦੋਂ ਸਭ ਕੁਝ ਛੱਡ ਕੇ ਜਾਣ ਲੱਗੇ ਜੀ, ਤੇ ਮਹਾਰਾਜ ਜੀਆਂ ਨੇ ਨਾ ਜੀ ਇੱਕ ਲਈ ਚਟਾਈ ਤੇ ਇੱਕ ਲਿਆ ਲੂਣ ਦਾ ਢੇਲਾ ਜੀ, ਉਹ ਸਿਰ ਤੇ ਰੱਖ ਲਿਆ, ਤੇ ਚਟਾਈ ਜਿਹੜੀ ਸੀ ਉਹ ਆਪਣੇ ਕੱਛ ਦੇ ਵਿੱਚ ਸਾਧ ਸੰਗਤ ਜੀ ਟੰਗੀ। ਤੇ ਜਦੋਂ ਤੁਰਨ ਲੱਗੇ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭਾਣਜਾ ਕਹਿੰਦੇ ਮਾਮਾ ਜੀ ਵੀ ਆਹ ਲੂਣ ਤੇ ਚਟਾਈ ਲੈ ਕੇ ਕਿੱਥੇ ਚੱਲੇ ਹੋ? ਤਰ੍ਹਾਂ ਮੈਂ ਆਪਣੇ ਆਪ ਨੂੰ, ਜਿਵੇਂ ਲੂਣ ਨੇ ਆਪਣੇ ਆਪ ਨੂੰ ਪਾਣੀ ਦੇ ਵਿੱਚ ਮਿਕਸ ਕਰ ਲਿਆ, ਕਹਿਣ ਲੱਗੇ ਇਸੇ ਤਰ੍ਹਾਂ ਮੈਂ ਆਪਣੀ ਆਤਮਾ ਨੂੰ ਗੁਰੂ ਨਾਨਕ ਦੇ ਨਾਲ ਇੱਕ ਮਿਕ ਕਰ ਲੈਣਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ
कहन लगे जैसे अंब कुंड कर राखियो परत सिंध गल जा। कहन लगे जिस तरह वो पानी लूण की डली जिहड़ी पानी के कुंड दे विच रखी गल जाती है। साहब जी कहन लगे इस तरह आ जिहड़ा शरीर है ये भी एक दिन नाश हो जाना है। आवग आ गया पार ब्रह्म की उठ जासी मोहत छसाह। एक मोहत दे विच इथों उठ तुरना है। तो सतगुरु सच्चे पातशाह जी कहन लगे रे मन लेखे चल है। हे मेरे मना तू अपनियां मन मर्जियां ना कर इस संसार दे उत्ते। कहन लगे कि उस रब्बी हुक्म दे विच तू चलदा पिया है। जिहड़ा अपना तोरा फेरा है ना जी ये भी वाहिगुरू जी के हुक्म दे विच हो रहा है जी। मत ये समझिए भी असीं आपदी मर्जी दे नाल किते जा रहे हैं किते बह रहे हैं किते खलो रहे हैं। साहब जी कहन लगे नहीं रे मन लेखै चल है। हे मेरे मना तू रब्बी हुक्म दे विच चलदा फिरदा पिया है। लेखै बैसा है जे किते बैठा है तो वह भी वाहिगुरू जी दे रब्बी हुक्म दे विच ही तू बैठा होया है। आपां इत्थे बैठे हैं जी रब्बी हुक्म दे विच बैठे हैं। ना असीं अपनी मर्जी दे नाल चल के आए हैं ते ना बैठे हैं। वो रब जी सानू लैके आए ने रब जी ने सानू बिठाया होया है। तो साहब जी कहन लगे लेखै लैंदा साह। आ जिहड़े साह लै रहे हैं ना पातशाह जी कहन लगे ये भी तेनू परमात्मा दे रहा है ते तां तू लै रहे हैं। नहीं तो अपनी मर्जी दे नाल नहीं कोई इत्थे साध संगत जी ना कोई जिउंदा रहा है। आखण जोर चुपै न जोर जोर ना जीवन मरण है जोर। अपना ना जीवन दे उत्ते जोर है ना मरण दे उत्ते जोर है। सब कुछ वाहिगुरू दे हत्थ दे विच है। सदा कीरत कर नानक हर की। साहब जी कहन लगे सदा उस वाहिगुरू की कीरत कर। सदा उस वाहिगुरू जी का सिमरन कर। सदा वाहिगुरू जी के कीर्तन नू गाया कर सुनिया कर। तो साहब जी कहन लगे उबरे सतगुर चरण ओटा। इस तरह सतगुरु के चरणों की ओट आसरा लैके तू संसार समुंदर तो पार होएगा। कहण तो भाव धन गुरु अर्जन देव जी महाराज जी ने सानू ये समझाया है कि जिवें लूण की डली गल जाती है जिवें कंध के उत्ते दौड़ीए तो अंत नूं उनका दूसरा सिरा आ जाता है। बन जाए जी लोक सुखीए परलोक सुहेले नानक हर प्रभ आपे मेले। विचार करदे बेअंत प्रकार दी भुल्लां गलतियां होईयां होणगीਆਂ जी।